ਪਿਆਰ ਭਰੀ ਫਤਿਹ ਕਬੂਲ ਕਰਿਓ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਦਿਨ ਪ੍ਰਤੀ ਦਿਨ ਇਤਿਹਾਸ ਨਾਲ ਜੋੜਦੇ ਰਹਿੰਦੇ ਹਾਂ ਤੇ ਇਤਿਹਾਸ ਪ੍ਰਤੀ ਜਾਗਰੂਕ ਕਰਦੇ ਰਹਿੰਦੇ ਹਾਂ। ਤੇ ਅੱਜ ਅਸੀਂ ਤੁਹਾਨੂੰ ਭਗਤ ਧੰਨਾ ਜੀ ਬਾਰੇ ਦੱਸਾਂਗੇ, ਪਰ ਉਹਨਾਂ ਨੂੰ ਅਸੀਂ ਇੱਕ ਸੰਤ ਧੰਨਾ ਜੀ ਵੀ ਕਹਿ ਸਕਦੇ ਹਾਂ, ਕਿਉਂਕਿ ਭਗਤ ਦੀ ਜੋ ਅਵਸਥਾ ਬਹੁਤ ਵੱਡੀ ਆ। ਤੇ ਭਗਤ ਉਦੋਂ ਸੀ ਜਦੋਂ ਉਹਨਾਂ ਨੇ ਆਪਣੇ ਪ੍ਰਮਾਤਮਾ ਨੂੰ ਪਾਇਆ, ਤੇ ਸਾਡੇ ਲਈ ਉਹ ਇੱਕ ਸੰਤ ਸਮਾਨ ਹਨ। ਸੋ ਆਓ ਸੁਣਦੇ ਹਾਂ ਧੰਨਾ ਜੀ ਦਾ ਜੋ ਇਤਿਹਾਸ ਸੀ। ਧੰਨਾ ਭਗਤ ਜਾਂ ਧੰਨਾ ਸੰਤ ਜੀ, ਉਹਨਾਂ ਦਾ ਜਨਮ 1415 ਹਿੰਦ ਉਪ ਮਹਾਦੀਪ ਦੇ ਇੱਕ ਅਹਿਮ ਰੂਹਾਨੀ ਅੰਦੋਲਨ ਮੱਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਵੀ ਹੋਏ ਸਨ। ਉਹਨਾਂ ਦਾ ਜਨਮ ਰਾਜਸਥਾਨ ਦੇ ਜ਼ਿਲ੍ਹਾ ਟਾਂਕ ਵਿੱਚ ਦਿਓਲੀ ਨੇੜੇ ਪਿੰਡ ਧੁਆਨ ਕਲਾਂ ਵਿੱਚ ਹੋਇਆ ਸੀ। ਉਹਨਾਂ ਦੇ ਜੀਵਨ ਬਾਰੇ ਪ੍ਰਮਾਣਿਕ ਸੂਚਨਾਵਾਂ ਬਹੁਤ ਘੱਟ ਮਿਲਦੀਆਂ ਹਨ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਉਸਦੇ 3 ਸ਼ਬਦ ਹਨ ਜੋ ਦੰਤ ਕਥਾਵਾਂ ਮਿਲਦੀਆਂ ਨੇ। ਬਚਪਨ ਦੇ ਥੋੜ੍ਹੇ ਜਿਹੇ ਸਾਲ ਖੇਡਦਿਆਂ ਕੁੱਦਦਿਆਂ ਬੀਤੇ, ਜਦੋਂ ਹੋਸ਼ ਆਈ ਤਾਂ ਮਾਂ ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ, ਅਤੇ ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ, ਉਧਰ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਵੀ ਆਉਂਦਾ ਸੀ। ਪਿੰਡ ਦਾ ਪੰਡਤ, ਜਿਸ ਦਾ ਨਾਮ ਇਤਿਹਾਸ ਵਿੱਚ ਤਰਲੋਚਨ ਪੰਡਤ ਆਉਂਦਾ ਹੈ, ਉਹ ਉਸ ਠਾਕਰ ਦੁਆਰੇ ਵਿੱਚ ਦੇਵੀ ਦੇਵਤਿਆਂ ਦੇ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਸੀ ਅਤੇ ਉਹਨਾਂ ਨੂੰ ਭੋਗ ਵੀ ਲਵਾਉਂਦਾ ਸੀ। ਇਹ ਉਸਦੀ ਰੋਟੀ ਦਾ ਵਸੀਲਾ ਸੀ ਤੇ ਉਸਦੇ ਮਨ ਵਿੱਚ ਪ੍ਰਭੂ ਸਿਮਰਨ ਦੀ ਭਾਵਨਾ ਪਰ ਨਹੀਂ ਸੀ। ਉਸਦਾ ਹਿਰਦਾ ਪੱਥਰ ਨਾਲੋਂ ਵੀ ਸਖਤ ਸੀ। ਧੰਨਾ ਬਚਪਨ ਤੋਂ ਹੀ ਉਸ ਬ੍ਰਾਹਮਣ ਨੂੰ ਦੇਖਦਾ ਸੀ। ਕਦੀ ਕਦਾਈ ਠਾਕਰ ਦੁਆਰੇ ਚਲਿਆ ਵੀ ਜਾਂਦਾ ਸੀ। ਧੰਨਾ ਜਵਾਨ ਹੋ ਗਿਆ। ਉਸ ਨੂੰ ਗਿਆਨ ਹੋਇਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਰਦਾ ਹੈ ਤਾਂ ਕਿਉਂ ਕਰਦਾ ਹੈ, ਠਾਕੁਰ ਕੀ ਦਿੰਦੇ ਹਨ। ਜੇ ਠਾਕੁਰ ਕੁਝ ਦਿੰਦੇ ਹਨ ਤਾਂ ਉਹ ਵੀ ਠਾਕੁਰ ਦੀ ਪੂਜਾ ਕਰੇ, ਤਾਂ ਕਿ ਉਸਦੀ ਗਰੀਬੀ ਵੀ ਦੂਰ ਹੋ ਜਾਵੇ। ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੁੱਛਿਆ ਕਿ ਤੂੰ ਜਿਸ ਦੀ ਪੂਜਾ ਕਰਦੇ ਹੋ, ਭਲਾ ਉਹ ਕੀ ਦਿੰਦਾ ਹੈ। ਪੰਡਤ ਨੇ ਦੱਸਿਆ, ਜੇ ਠਾਕੁਰ ਖੁਸ਼ ਹੋ ਜਾਣ ਤਾਂ ਜੋ ਮੰਗੀਏ ਉਹ ਸੋ ਦੇ ਦਿੰਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ, ਇੱਕ ਠਾਕਰ ਮੈਨੂੰ ਵੀ ਦੇ ਦਿਓ। ਪੰਡਤ ਨੇ ਕਿਹਾ, ਇਹ ਤੇਰੇ ਕੋਲੋਂ ਪ੍ਰਸੰਨ ਨਹੀਂ ਹੋਣਾ। ਇੱਕ ਤੂੰ ਜੱਟ ਹੈ, ਦੂਜਾ ਜੱਟ ਨੂੰ ਪੂਜਾ ਕਰਨ ਦੀ ਅਕਲ ਨਹੀਂ ਹੁੰਦੀ, ਦੂਜਾ ਅਨਪੜ੍ਹ ਹੈ, ਵਿਦਿਆਹੀਨ ਹੈ, ਪੁਰਸ਼ ਪਸ਼ੂ ਸਮਾਨ ਹੁੰਦਾ ਹੈ, ਤੀਸਰਾ ਮੰਦਰ ਤੋਂ ਬਗੈਰ ਠਾਕੁਰ ਕਿਸੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਪਾਠ ਕਰਨਾ, ਜੱਟ ਦਾ ਕੰਮ ਅੰਨ ਪੈਦਾ ਕਰਨਾ ਹੁੰਦਾ ਹੈ। ਤੁਸੀਂ ਲੋਕ ਹਲ ਵਾਹੁੰਦੇ ਹੋ, ਕਹੀ ਰੰਬੇ ਨਾਲ ਗੋਡੀਆਂ ਕਰਦੇ ਹੀ ਚੰਗੇ ਲੱਗਦੇ ਹੋ। ਪੰਡਤ ਨੇ ਬਹੁਤ ਸਮਝਾਇਆ, ਪਰ ਧੰਨੇ ਆਪਣੀ ਜਿੱਤ ਤੇ ਅੜ ਗਿਆ। ਤੇ ਪੰਡਤ ਨੇ ਸੋਚਿਆ, ਕਿਤੇ ਗੁੱਸੇ ਵਿੱਚ ਮੋਹਰਾ ਨਾ ਸੇਕ ਦਵੇ ਜਾਂ ਮੌਰ ਨਾ ਸੇਕ ਦਵੇ। ਉਸਨੇ ਮੰਦਰ ਵਿੱਚ ਪਿਆ ਸਾਲ ਗਰਾਮ ਪੱਥਰ ਉਹ ਧੰਨੇ ਨੂੰ ਦੇ ਦਿੱਤਾ ਅਤੇ ਪੂਜਾ ਕਰਨੀ ਦੱਸ ਦਿੱਤੀ। ਚਾਦਰ ਵਿੱਚ ਲਵੇਟ ਕੇ ਧੰਨਾ ਠਾਕਰ ਨੂੰ ਘਰ ਲੈ ਆਇਆ। ਤਰਖਾਣ ਕੋਲੋਂ ਲੱਕੜ ਦੀ ਚੌਂਕੀ ਬਣਾਈ ਤੇ ਠਾਕਰ ਨੂੰ ਉਸਦੇ ਉੱਪਰ ਰੱਖ ਦਿੱਤਾ। ਧੰਨਾ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਠਾਕਰ ਨੂੰ ਪ੍ਰਸੰਨ ਕਰੇਗਾ ਤੇ ਮੰਗੇਗਾ ਕੀ। ਘਰ ਵਿੱਚ ਲੋੜਾਂ ਜ਼ਿਆਦਾ ਨੇ, ਪਰ ਪਹਿਲਾਂ ਹੀ ਕੀ ਮੰਗੇਗਾ। ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ, ਫਿਰ ਠਾਕਰ ਨੂੰ ਕਰਾਇਆ। ਕੁਝ ਚਿਰ ਭਗਤੀ ਭਾਵ ਨਾਲ ਠਾਕਰ ਅੱਗੇ ਬੈਠਾ ਰਿਹਾ ਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ, ਕੀ ਠਾਕੁਰ ਜੀ ਭੋਜਨ ਛਕੋਗੇ। ਧੰਨੇ ਨੇ ਵੇਖਿਆ ਕਿ ਬਾਰ-ਬਾਰ ਮਿੰਨਤਾਂ ਕਰਦੇ ਠਾਕਰ ਨੇ ਪ੍ਰਸ਼ਾਦਾ ਨਹੀਂ ਛਕਿਆ। ਧੰਨੇ ਨੇ ਕਿਹਾ, ਜੇਕਰ ਆਪ ਨਹੀਂ ਛਕੋਗੇ ਤਾਂ ਮੈਂ ਵੀ ਅੱਜ ਕੁਝ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਈਸ਼ਵਰ ਨੇ ਸੋਚਿਆ ਕਿ ਧੰਨੇ ਦੀ ਆਤਮਾ ਨਿਰਮਲ ਹੈ, ਉਹ ਛਲ ਨਹੀਂ ਜਾਣਦਾ। ਇਸ ਦਾ ਪੱਕਾ ਭਰੋਸਾ ਬਣ ਗਿਆ ਤੇ ਠਾਕਰ ਭੋਜਨ ਛਕਦੇ ਹਨ, ਇਸ ਲਈ ਹੁਣ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇ। ਇਹ ਸੱਚਾ ਭਗਤ ਹੈ ਕਿ ਇਸ ਦੀ ਲੱਸੀ ਪੀਣੀ ਹੀ ਪਵੇਗੀ। ਜੇ ਪੱਥਰ ਅੱਗੇ ਜੱਟ ਮਰ ਗਿਆ ਤਾਂ ਸੰਸਾਰ ਮੇਰੀ ਭਗਤੀ ਛੱਡ ਦੇਵੇਗਾ। ਧੰਨਾ ਠਾਕਰ ਉੱਪਰ ਅੱਖਾਂ ਜਮਾ ਕੇ ਬੈਠਾ ਰਿਹਾ। ਕਾਫੀ ਸਮਾਂ ਬੀਤ ਜਾਣ ਮਗਰੋਂ ਧੰਨਾ ਦੇਖਦਾ ਹੈ ਕਿ ਅਚਾਨਕ ਸ੍ਰੀ ਕ੍ਰਿਸ਼ਨ ਰੂਪ ਭਗਵਾਨ ਉਸਦੀ ਰੋਟੀ ਮੱਖਣ ਨਾਲ ਖਾ ਰਹੇ ਹਨ ਅਤੇ ਲੱਸੀ ਪੀ ਰਹੇ ਹਨ। ਧੰਨਾ ਖੁਸ਼ੀ ਨਾਲ ਉਛਲ ਪਿਆ। ਭਗਵਾਨ ਨੇ ਰੋਟੀ ਤੇ ਮੱਖਣ ਖਾ ਲਿਆ, ਥੋੜਾ ਥੋੜਾ ਸੀਤ ਪ੍ਰਸਾਦ ਰਹਿਣ ਦਿੱਤਾ। ਰੋਟੀ ਖਾ ਕੇ ਭਗਵਾਨ ਜੀ ਬੋਲੇ, ਧੰਨਿਆ ਕੁਝ ਮੰਗ, ਮੈਂ ਤੇਰੇ ਤੇ ਅੱਜ ਪ੍ਰਸੰਨ ਹੋਇਆ। ਧੰਨੇ ਨੇ ਹੱਥ ਜੋੜ ਕੇ ਬੇਨਤੀ ਕਰੀ, ਗੋਪਾਲ ਤੇਰਾ ਆਰਤਾ, ਜੇ ਜਨ ਤੁਮਰੀ ਭਗਤ ਕਰਨ ਤੇ ਤਨ ਕੇ ਕਾਜ ਸਵਾਰਤਾ ਰਹਾਓ। ਦਾਲ ਸੀਧਾ ਮਾਂਗੋ ਕੀਓ, ਹਮਾਰੀ ਖੁਸ਼ੀ ਕਰੇ ਨਿਤ ਜੀਓ। ਪਨੀਆ ਸਾਧਕ ਨੀਕਾ, ਨਾਜ ਮੰਗੋ ਸਤ ਸੀਕਾ। ਗौ ਬੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗ੍ਰਹਿਣੀ ਚੰਗੀ, ਜਨ ਧੰਨਾ ਲੇਵੇ ਮੰਗੀ। ਭਗਤ ਧੰਨਾ ਜੀ ਨੇ ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕਰ ਦਿੱਤਾ ਤੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ। ਪਰੰਤੂ ਜਿਵੇਂ ਅਸੀਂ ਗੁਰੂ ਸਾਹਿਬਾਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਉਹਨਾਂ ਦੇ ਵਿਸ਼ਵਾਸ ਕਰਨ ਦੀ ਬਜਾਏ ਦੂਜਿਆਂ ਦੀਆਂ ਆਖੀਆਂ ਅਥਵਾ ਲਿਖੀਆਂ ਗੱਲਾਂ ਤੇ ਵਧੇਰੇ ਵਿਸ਼ਵਾਸ ਕਰੀ ਬੈਠੇ ਹਾਂ। ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਜੋ ਲਿਖਿਆ ਕਿ ਅਸੀਂ ਉਸ ਨੂੰ ਮੰਨਣ ਦੀ ਬਜਾਏ ਦੂਜਿਆਂ ਦੀਆਂ ਲਿਖਤਾਂ ਨੂੰ ਵਧੇਰੇ ਪ੍ਰਮਾਣਿਕ ਮੰਨ ਕੇ
ਇਹ ਸਵੀਕਾਰ ਕਰ ਲਿਆ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਪਰਮਾਤਮਾ ਪਾਇਆ। ਇਸ ਦਾ ਇਹ ਵੀ ਸਿੱਟਾ ਹੈ ਕਿ ਇਹ ਆਮ ਹੀ ਲਿਖਿਆ ਜਾਂਦਾ ਹੈ ਕਿ ਜੇਕਰ ਸੱਚੀ ਸ਼ਰਧਾ ਹੋਵੇ ਤਾਂ ਭਗਤ ਧੰਨੇ ਵਾਂਗੂ ਪੱਥਰਾਂ ਵਿੱਚੋਂ ਵੀ ਪਰਮਾਤਮਾ ਪਾ ਸਕਦਾ ਹੈ। ਅਸੀਂ ਅਜਿਹਾ ਆਖਣ ਲੱਗਿਆਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਿੱਖਿਆ ਨੂੰ ਭੁੱਲ ਜਾਂਦੇ ਹਾਂ ਕਿ ਜਿਸ ਅਨੁਸਾਰ ਅਗਿਆਨ ਭਰਪੂਰ ਸ਼ਰਧਾ ਵਿਸ਼ਵਾਸ ਨਿਸ਼ਚਾ ਪ੍ਰਤੀਤ ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਭਾਈ ਕਾਹਨ ਸਿੰਘ ਨਾਭਾ ਹੁਰੀ ਗੁਰਮੀਤ ਦੇ ਇਸ ਸਿਧਾਂਤ ਦੇ ਸੰਬੰਧ ਵਿੱਚ ਲਿਖਦੇ ਹਨ ਕਿ ਰੇਤ ਵਿੱਚ ਖੰਡ ਦਾ ਵਿਸ਼ਵਾਸ, ਸੂਰਜ ਦੀ ਕਿਰਨਾਂ ਨਾਲ ਚਮਕਦੇ ਮਾਰਥਲ ਦੀ ਤ੍ਰਿਸ਼ਨਾ ਜਲ ਤੋਂ ਪਿਆਸ ਮਿਟਣ ਦਾ ਵਿਸ਼ਵਾਸ, ਕਿਸੇ ਮੰਤਰ ਯੰਤਰ ਤੋਂ ਰੋਕ ਦੀ ਨਿਵਰਤੀ ਅਤੇ ਸੰਤਾਨ ਧਨ ਆਦਿ ਦੀ ਪ੍ਰਾਪਤੀ ਦਾ ਨਿਸ਼ਚਾ ਮਿਥਿਆ ਵਿਸ਼ਵਾਸ ਹਨ, ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁੱਟ ਹੋਰ ਕੁਝ ਫਲ ਨਹੀਂ ਮਿਲਦਾ। ਭਾਈ ਸਾਹਿਬ ਇਹ ਫਿਰ ਸੱਚੀ ਸ਼ਰਧਾ ਦੇ ਚਰਚਾ ਕਰਦੇ ਲਿਖਦੇ ਨੇ ਕਿ ਖੰਡ ਵਿੱਚ ਖੰਡ ਵਿਸ਼ਵਾਸ, ਖੂਨ ਨਾ ਦਰਿਆ, ਸਰੋਵਰ ਤੋਂ ਪਿਆਸ ਬੁਝਣ ਦਾ ਵਿਸ਼ਵਾਸ, ਔਖਦ ਤੋਂ ਰੋਗ ਦੂਰ ਹੋਣ ਦਾ ਵਿਸ਼ਵਾਸ ਤੇ ਬੁੱਧੀ ਵਿਦਿਆ ਵੱਲ ਨਾਲ ਧਨ ਪ੍ਰਾਪਤੀ ਦਾ ਵਿਸ਼ਵਾਸ, ਸੱਤਿਆ ਵਿਸ਼ਵਾਸ, ਗੁਰਮਤਿ ਮਾਰਤੰਡ। ਸੋ ਇਹ ਧਾਰਨਾ ਗੁਰਮਤਿ ਅਨੁਕੂਲ ਨਹੀਂ ਹੈ, ਕੇਵਲ ਸ਼ਰਧਾ ਹੋਣੀ ਚਾਹੀਦੀ ਹੈ। ਸ਼ਰਧਾ ਦਾ ਕੇਵਲ ਯਥਾਯਥ ਰੂਪ ਪ੍ਰਵਾਨ ਹੈ। ਖੈਰ ਇਸ ਸਮੇਂ ਅਸੀਂ ਭਗਤ ਧੰਨਾ ਜੀ ਦੇ ਬਾਰੇ ਗੱਲ ਕਰਦੇ ਹਾਂ ਕਿ ਉਹਨਾਂ ਨੇ ਪਰਮਾਤਮਾ ਕਿਸ ਤਰ੍ਹਾਂ ਪਾਇਆ। ਇਸ ਦੀ ਸ਼ਰਧਾ ਬਾਰੇ ਹੋਰ ਕੁਝ ਲਿਖਣ ਤੋਂ ਸੰਕੋਚ ਕਰਦੇ ਹੋਏ ਅਸਲ ਪ੍ਰਸ਼ਨ ਵੱਲ ਆਉਂਦੇ ਹਾਂ ਕਿ ਭਗਤ ਜੀ ਬਾਰੇ ਪ੍ਰਚਲਿਤ ਜਿਸ ਕਹਾਣੀ ਅਨੁਸਾਰ ਆਪ ਜੀ ਨੇ ਰੱਬ ਨੂੰ ਪ੍ਰੇਮਾ ਭਗਤੀ ਰਾਹੀਂ ਨਹੀਂ ਬਲਕਿ ਪੱਥਰ ਵਿੱਚੋਂ ਲੱਭਾ ਹੈ ਦਾ ਜ਼ਿਕਰ ਕਰਨ ਤੋਂ ਸੰਕੋਚ ਕਰਦੇ ਹੋਏ ਭਗਤ ਜੀ ਨੇ ਇਸ ਬਾਰੇ ਆਪ ਆਖਿਆ ਕਿ ਉਸ ਦਾ ਜ਼ਿਕਰ ਕਰ ਰਹੇ ਹਾਂ ਕਿ ਭਗਤ ਜੀ ਰਾਗ ਆਸੇ ਵਿਚਲੇ ਆਪਣੇ ਪਹਿਲੇ ਸ਼ਬਦ ਵਿੱਚ ਇਹ ਗੱਲ ਦਾ ਖੁਲਾਸਾ ਕਰਦੇ ਹਨ ਕਿ ਉਹਨਾਂ ਨੇ ਕਿਸ ਤਰ੍ਹਾਂ ਵਾਹਿਗੁਰੂ ਨੂੰ ਪਾਇਆ ਤੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ। ਸੋ ਇੱਕ ਅਟੁੱਟ ਸ਼ਰਧਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਧੰਨੇ ਭਗਤ ਜੀ ਨੇ ਤਾਂ ਸੰਤ ਧੰਨਾ ਜੀ ਨੇ ਉਹਨਾਂ ਦਾ ਇੱਕ ਅਟੁੱਟ ਵਿਸ਼ਵਾਸ ਸੀ ਪਰਮਾਤਮਾ ਪ੍ਰਤੀ। ਉਹਨਾਂ ਨੇ ਇੱਕ ਜੱਗ ਤੋਂ ਇੱਕ ਸੇਧ ਦਿਖਾਈ ਕਿ ਅਗਰ ਤੁਹਾਡੇ ਵਿੱਚ ਅਟੁੱਟ ਵਿਸ਼ਵਾਸ ਹੈ ਤੇ ਪਰਮਾਤਮਾ ਕਿਤੇ ਵੀ ਪਾ ਸਕਦੇ ਹੋ। ਮੰਦਿਰ ਮਸੀਤਾਂ ਗੁਰਦੁਆਰਿਆਂ ਵਿੱਚ ਜਾਣ ਦੀ ਬਜਾਏ ਆਪਣੇ ਅੰਦਰ ਨੂੰ ਰੱਬ ਨੂੰ ਪਛਾਣੋ, ਜਾਓ, ਕਿਉਂਕਿ ਗੁਰੂ ਘਰ ਸਾਡੇ ਲਈ ਇੱਕ ਸੇਧ ਨੇ, ਕਿਉਂਕਿ ਉੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਨੇ, ਜਿੱਥੇ ਅਸੀਂ ਸਾਰੇ ਮਿਲ ਕੇ ਜਾਂਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ। ਉਹਨਾਂ ਦੇ ਵਿੱਚ ਜੋ ਬਾਣੀ ਲਿਖੀ ਆ ਬਾਣੀ ਨੂੰ ਪੜ੍ਹੋ। ਅਗਰ ਪੜ੍ਹ ਨਹੀਂ ਸਕਦੇ ਤਾਂ ਵਿਚਾਰੋ, ਵਿਚਾਰ ਨਹੀਂ ਸਕਦੇ ਤਾਂ ਸੁਣੋ, ਸੁਣ ਨਹੀਂ ਸਕਦੇ ਤਾਂ ਗਾਓ, ਪਰ ਬਾਣੀ ਨੂੰ ਪੜ੍ਹਨਾ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਇੱਕ ਬਾਣੀ ਦੀ ਇੱਕ ਇੱਕ ਸਤਰ ਤੁਹਾਨੂੰ ਬੋਲ ਕੇ ਦੱਸਦੀ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਲਈ ਕੀ ਆ ਤੇ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਲਈ ਕੀ ਕੀਤਾ। ਸੋ ਜਿਸ ਤਰ੍ਹਾਂ ਧੰਨੇ ਭਗਤ ਜੀ ਨੇ, ਧੰਨੇ ਸੰਤ ਧੰਨਾ ਜੀ ਨੇ ਆਪਣੇ ਪੱਥਰ ਵਿੱਚੋਂ ਰੱਬ ਪਾਇਆ, ਠਾਕੁਰ ਵਿੱਚੋਂ ਰੱਬ ਪਾਇਆ, ਉਸ ਤਰ੍ਹਾਂ ਤੁਸੀਂ ਆਪਣੇ ਅੰਦਰੋਂ ਰੱਬ ਪਾਉਣ ਦੀ ਕੋਸ਼ਿਸ਼ ਕਰੋ। ਉਸ ਪਰਮਾਤਮਾ ਨਾਲ ਜੁੜੋ ਤਾਂ ਕਿ ਤੁਸੀਂ ਵੀ ਆਪਣੇ ਅੰਦਰੋਂ ਰੱਬ ਪਾ ਸਕੋ। ਅਗਰ ਮੇਰੀ ਵੀਡੀਓ ਵਿੱਚ ਕੁਝ ਬੋਲਦੇ ਸਮੇਂ ਕੋਈ ਗਲਤੀਆਂ ਹੋ ਗਈਆਂ ਤਾਂ ਮੈਨੂੰ ਮਾਫ ਕਰਿਓ। ਮੇਰੇ ਵੀਡੀਓ ਅਗਰ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇੱਕ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੀਡੀਓ ਸੁਣਾਓ ਤਾਂ ਕਿ ਤੁਹਾਡੇ ਬੱਚੇ ਇਤਿਹਾਸ ਪ੍ਰਤੀ ਪ੍ਰੇਰਿਤ ਹੋ ਜਾਣ। ਸੋ ਫਤਿਹ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।